गुड मॉर्निंग स्टूडेंट्स। अज का साडा सिलेबस का पहला पार्ट है पार्ट नंबर 2 मोती। पेज नंबर 3। मोती एक कहानी है जो कि लेखक प्रिंसीपल सुजान सिंह के द्वारा लिखी गई है। बेटा जिथे चैप्टर शुरू होंदा है उत्थे नाल ही लेखक का नाम जरूर मैंशन कर लिया करो, लिख लिया करो, तां जो तुहानू क्वेश्चन लिखण वेले ये याद रहे कि किस लेखक का लिखिया होया है। प्रिंसीपल सुजान सिंह जो कि पंजाबी दे एक प्रसिद्ध लेखक होए ने, कहानीकार होए ने, उन्होंने सब तो पंजाबी भाषा विभाग दे विचों सब तो उत्तम कहानीकार का पुरस्कार भी मिलिया है। सो तुहाडे सिलेबस दे विच ये जिहड़ी मोती कहानी आ एक कुत्ते दे दुआले घूमदी है। कुत्ता इहदा जिहड़ा जानवर पात्र जिहड़ा है वो जनौर पात्र की कहानी ये बनाया गया है। क्यों? क्योंकि असी अक्सर घरां दे विच अपने पालतू जानवर रखते हाँ ते उन्हां दे नाल साडा परिवारक मैंबरां वर्गा मोह जिहड़ा है वो पै जांदा है। सो इस कहानी दे विच भी एक घर दे विच ये मोती नां दा कुत्ता जिहड़ा है वो रखिया गया सी ते उत्थों दूसरे घर दे विच जांदा ते किवें उस परिवार दे नाल उन्हां दा प्यार पैंदा है, ये सारा कुछ इस कहानी दे विच बयान किया गया है। सो पेंसिल अपने हथ दे विच रखनी है। जिहड़े जिहड़े शब्दां नूं मैं कहूंगी कि तुसीं इहनूं अंडरलाइन करके उत्थे अर्थ लिखना आ ते उहदा अर्थ लिखना है जरूर। फर्स्ट है मोती मेरा निक्का जिहा प्यारा कुत्ता सी। ਇਹ ਪਿਸਤੀ ਨਸਲ ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਚੁੱਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਸ ਕੁੱਤੇ ਦੀ ਰੱਖਣ ਦੀ ਆਗਿਆ ਦਿੱਤੀ ਸੀ। ਹੁਣ ਜਿਹੜੀ ਕਹਾਣੀ ਦੀ ਸ਼ੁਰੂਆਤ ਆ ਉਹ ਕੌਣ ਕਰ ਰਿਹਾ ਹੈ? ਲੇਖਕ ਪ੍ਰਿੰਸੀਪਲ ਸੁਜਾਨ ਸਿੰਘ। ਉਹ ਆਪਣੇ ਬਚਪਨ ਦੀ ਇਹ ਕਹਾਣੀ ਜਿਹੜੀ ਹੈ ਲਿਖ ਰਿਹਾ ਹੈ। ਕਹਿੰਦਾ ਕਿ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਲੇਖਕ ਦਾ ਆਪਣਾ ਇਹ ਕੁੱਤਾ ਸੀ, ਉਹਦੇ ਬਾਰੇ ਉਹ ਗੱਲ ਕਰ ਰਿਹਾ ਆ, ਜੋ ਕਿ ਕਿਹੜੀ ਨਸਲ ਚੋਂ ਸੀ? ਪਿਸਤੀ। ਆਪਾਂ ਅਕਸਰ ਘਰਾਂ ਦੇ ਵਿੱਚ ਜਿਹੜੇ ਜਾਨਵਰ ਰੱਖਦੇ ਆ, ਤੁਹਾਨੂੰ ਸਭ ਨੂੰ ਪਤਾ ਹੋਏਗਾ बहुत सारिया जड़ियां जातियां आ जानवरां दियां, ठीक है, नस्ल आ भी किहड़ी नस्ल का वधिया जानवर है वो असी चूज करते हैं अपने घर के लिए। सो ये मोती नस्ल का जिहड़ा मोती जिहड़ा कुत्ता है वो पिस्ती नस्ल का सी। कहंदे कि बड़ा सेहत पक्षों बड़ा भारा सी, जे उहनूं कन्नां तो फड़ के चुको ते चुक्या नहीं सी जांदा। ते फिर कहंदा मैं जिद कीती सी इस कुत्ते नूं रखण दी ते तां मेरे पिता जी ने इस कुत्ते नूं रखण दी आग्या ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ। ਹੁਣ ਲੇਖਕ ਕੀ ਕਹਿੰਦਾ ਹੈ ਕਿ ਉਹਨਾਂ ਦਾ ਇੱਕ ਦੋਸਤ ਸੀ ਜੋ ਕਿ ਬੰਗਾਲ ਦਾ ਸੀ ਰਹਿਣ ਵਾਲਾ, ਤੇ ਉਹਨਾਂ ਨੂੰ ਅਸੀਂ ਮਿਲਣ ਗਏ। ਮੈਂ ਵੀ ਨਾਲ ਸਾਂ। ਕਾਊਚ ਦੇ ਹੇਠੋਂ ਕੋਈ ਕੂਲੀ ਕੂਲੀ ਚੀਜ਼ ਮੈਨੂੰ ਛੂਹੀ। ਕਾਊਚ ਦਾ ਮਤਲਬ ਹੈ ਸੋਫਾ। ਹੁਣ ਉਹਨਾਂ ਦੇ ਘਰ ਜਦੋਂ ਇਹ ਬੰਗਾਲੀ ਮਿੱਤਰ ਦੇ ਘਰ ਗਏ ਨੇ ਤੇ ਸੋਫੇ ਦੇ ਹੇਠੋਂ नीचे नरम नरम, कूली तो भाव है नरम, सॉफ्ट जी चीज कहंदा मेरे हक नूं छूया, टच किया। मैं थल्ले देखिया ते डरिया। मैं एकदम कहंदा सोफे दे नीचे होके देखिया ते डर गया। ਇਹ एक कुत्ते दी बूथी सी। बूथी तो भाव हुंदा है मूँह, ठीक है। ਅਸੀਂ ਜਾਨਵਰਾਂ ਲਈ ਜਾਂ ਜਦੋਂ ਮਨੁੱਖ ਦਾ ਵੀ ਇਨਸਾਨ ਦਾ ਵੀ ਕਦੀ ਚਿਹਰਾ ਵਿਗੜਿਆ ਹੋਵੇ, ਖਰਾਬ ਹੋਇਆ ਹੋਵੇ ਜਾਂ ਗੁੱਸੇ 'ਚ ਉਹਨੇ ਮੂੰਹ ਬਣਾਇਆ ਹੋਵੇ ਤੇ ਅਸੀਂ ਇਹ ਪੰਜਾਬੀ ਦਾ ਠੇਠ ਸ਼ਬਦ ਜਿਹੜਾ ਆ ਬੂਥੀ ਸ਼ਬਦ ਵਰਤਦੇ ਹਾਂ। ਤਾਂ ਉਹਦਾ ਭਾਵ ਆ ਮੂੰਹ। ਇਹਨਾਂ ਨੂੰ ਅੰਡਰਲਾਈਨ ਕਰ ਲਓ ਔਰ ਉਹਦਾ ਮੀਨਿੰਗ ਲਿਖ ਲਓ। ਪਿਤਾ ਜੀ ਦੇ ਦੋਸਤ ਨੇ ਕਿਹਾ ਡਰਨਾ ਬੱਚਾ, ਇਹ ਵੱਢਦਾ ਨਹੀਂ, ਠੀਕ ਹੈ। ਹੁਣ ਦੇਖੋ ਮੈਂ ਉੱਥੇ ਸਟ੍ਰੈਸ ਦੇ ਕੇ ਬੋਲਿਆ ਡਰਨਾ ਬੱਚਾ। ਉਹਨੂੰ ਕਹਿ ਰਿਹਾ, ਲੇਖਕ ਨੂੰ ਕਹਿ ਰਿਹਾ ਉਹਦਾ ਦੋਸਤ ਪਿਤਾ ਦਾ ਕਿ ਤੂੰ ਡਰ ਨਾ ਇਹਦੇ ਕੋਲੋਂ, ਇਹ ਤੈਨੂੰ ਵੱਢੇਗਾ ਨਹੀਂ। ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ। ਮੈਂ ਉਸ ਨਾਲ ਚੰਪਕ ਪੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ। ਚੰਪਕ ਪੁੰਜ ਉਹਨਾਂ ਦੇ ਘਰ ਦੇ ਵਿੱਚ ਬਣਾਈ ਹੋਈ ਬਾਹਰ ਬੈਠਣ ਦੀ ਜਗ੍ਹਾ, ਉੱਥੇ ਉਹ ਉਹਦੇ ਨਾਲ ਖੇਡਦਾ ਰਿਹਾ ਮੋਤੀ ਦੇ ਨਾਲ।
ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, ਕੀ ਗੱਲ ਹੈ ਬੇਟਾ, ਉਦਾਸ ਕਿਉਂ ਹੈ? ਮੈਂ ਉਸ ਵੱਲ ਬਿਨਾਂ ਵੇਖਿਆ ਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਹੁਣ ਲੇਖਕ ਤੇ ਉਸ ਦਾ ਪਿਤਾ ਉੱਥੋਂ ਬੰਗਾਲੀ ਬਾਬੂ ਦੇ ਘਰੋਂ ਜਦੋਂ ਜਾਣ ਲੱਗੇ ਤਾਂ ਲੇਖਕ ਬੜਾ ਉਦਾਸ ਜਿਹਾ ਹੋ ਗਿਆ। ਤਾਂ ਉਸਦੇ ਬੰਗਾਲੀ ਮਿੱਤਰ ਨੇ ਉਹਨਾਂ ਨੇ ਪੁੱਛਿਆ ਕਿ ਬੇਟਾ ਤੂੰ ਉਦਾਸ ਕਿਉਂ ਹੈ? ਲੇਖਕ ਨੂੰ ਪੁੱਛਿਆ ਤਾਂ ਉਹਨੇ ਬਿਨਾਂ ਬੋਲਿਆਂ ਸਿਰਫ ਕੁੱਤੇ ਵੱਲ ਨੂੰ ਇਸ਼ਾਰਾ ਕਰਕੇ ਦੱਸ ਦਿੱਤਾ। ਮਿਠਾਸ ਤੇ ਅਰਜ਼ੋਈ, ਅਰਜ਼ੋਈ ਸ਼ਬਦ ਨੂੰ ਅੰਡਰਲਾਈਨ ਕਰੋ ਬੇਟਾ ਔਰ ਮੀਨਿੰਗ ਲਿਖੋ ਇਹਦਾ, ਬੇਨਤੀ। ਉਹਨੇ ਸਿਰਫ ਇਸ਼ਾਰੇ ਦੇ ਵਿੱਚ ਹੀ ਰਿਕੁਐਸਟ ਕੀਤੀ, ਬੇਨਤੀ ਕੀਤੀ ਕਿ ਉਹ ਕੁੱਤੇ ਕਰਕੇ ਮੈਂ ਉਦਾਸ ਹਾਂ। ਉਹਦਾ ਦੋਸਤ ਬਣ ਚੁੱਕਾ ਸੀ ਲੇਖਕ ਦਾ। ਮੈਂ ਸਹਿਮ ਗਿਆ, ਸਹਿਮ ਜਾਣਾ, ਅੰਡਰਲਾਈਨ ਅਗੇਨ ਦਿਸ ਵਰਡ, ਇਹ ਇੱਕ ਮੁਹਾਵਰਾ ਹੈ। ਸਹਿਮ ਜਾਣਾ, ਡਰ ਜਾਣਾ। ਪਿਤਾ ਜੀ ਦੇ ਮਿੱਤਰ ਨੇ ਕਿਹਾ, ਦੋਸਤ, ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਾਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ। ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸਨੇ ਕਿਹਾ, ਬੇਟਾ ਤੂੰ ਮੋਤੀ ਲੈਣਾ ਹੈ ਜਾਂ ਲੈ ਜਾ, ਬੀਬਾ ਪੁੱਤਰ। ਹੁਣ ਜਿਹੜਾ ਬੰਗਾਲੀ ਮਿੱਤਰ ਸੀ ਉਸਦੇ ਪਿਤਾ ਦਾ, ਉਹਨੇ ਬੱਚੇ ਨੂੰ ਦੇਖਿਆ, ਲੇਖਕ ਨੂੰ ਦੇਖਿਆ ਕਿ ਉਹ ਬੜਾ ਉਦਾਸ ਹੈ ਤੇ ਕੁੱਤਾ ਲੈ ਕੇ ਜਾਣਾ ਚਾਹੁੰਦਾ ਹੈ, ਪਰ ਉਸਦਾ ਪਿਤਾ ਜਿਹੜਾ ਸੀ ਉਹਦੀ ਪਰਮਿਸ਼ਨ ਨਹੀਂ ਸੀ ਦੇ ਰਿਹਾ, ਆਗਿਆ ਨਹੀਂ ਸੀ ਦੇ ਰਿਹਾ। ਫਿਰ ਉਹਦੇ ਦੋਸਤ ਦੇ ਕਹਿਣ ਤੇ ਕੀ ਕਹਿੰਦੇ ਕਿ ਮੈਂ ਬੱਚੇ ਨੂੰ ਉਦਾਸ ਨਹੀਂ ਦੇਖ ਸਕਦਾ, ਇਸ ਕਰਕੇ ਤੂੰ ਇਹ ਮੋਤੀ ਲੈ ਕੇ ਜਾਣਾ ਤਾਂ ਲੈ ਜਾ। ਕੁੱਤੇ ਦਾ ਨਾਮ ਮੋਤੀ ਸੀ। ਮੈਨੂੰ ਚੇਤਾ ਹੈ ਕਿ ਮੋਤੀ ਦਾ ਨਾਂ ਸੁਣਦਿਆਂ ਪਿਤਾ ਜੀ ਤ੍ਰਭਕੇ ਸਨ। ਚੇਤਾ, ਚੇਤਾ ਤੋਂ ਭਾਵ ਆ ਯਾਦ, ਤੇ ਪਿਤਾ ਜੀ ਤ੍ਰਭਕੇ ਸਨ। ਤ੍ਰਭਕੇ ਮਤਲਬ ਡਰ ਗਏ ਸਨ। ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਉਹ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਸੋ ਉਹ ਉਦਾਸ ਜ਼ਰੂਰ ਹੋਏ ਸੀ ਪਿਤਾ ਜੀ ਕਿ ਮੇਰਾ ਬੱਚਾ ਕੁੱਤੇ ਨੂੰ ਲੈ ਕੇ ਜਾਣਾ ਚਾਹੁੰਦਾ ਹੈ, ਪਰ ਉਹ ਅੰਦਰੋਂ ਅੰਦਰੀ ਡਰ ਵੀ ਰਹੇ ਸੀ। ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ। ਪਟਾ ਜੋ ਕਿ ਕੁੱਤੇ ਦੇ ਗਲ ਦੇ ਵਿੱਚ ਪਾਈ ਹੋਈ ਬੈਲਟ ਹੁੰਦੀ ਹੈ, ਮੇਰੇ ਹੱਥ ਵਿੱਚ ਫੜਾ ਦਿੱਤੀ, ਲੇਖਕ ਨੂੰ ਦੇ ਦਿੱਤੀ। ਮੋਤੀ ਹੈਰਾਨ ਸੀ, ਸ਼ਾਇਦ ਸੋਚ ਰਿਹਾ ਹੋਵੇ ਕਿ ਨੈਕਸਟ ਪੇਜ ਤੇ ਆ ਬੇਟਾ ਜੀ, ਪੇਜ ਨੰਬਰ 4। ਸ਼ਾਇਦ ਸੋਚ ਰਿਹਾ ਹੋਵੇ ਕਿ 2 ਘੜੀ ਦੀ ਪ੍ਰੀਤ ਲਈ ਉਮਰ ਕੈਦ। ਹੁਣ ਜਿਹੜਾ ਕੁੱਤਾ ਸੀ ਉਹ ਲੇਖਕ ਨੂੰ ਮਿਲ ਗਿਆ ਸੀ ਤੇ ਉਹਨੂੰ ਲੈ ਕੇ ਜਾ ਰਿਹਾ ਸੀ, ਤੇ ਉਹ ਕੁੱਤਾ ਵੀ ਦੇਖਣ ਨੂੰ ਏਦਾਂ ਲੱਗ ਰਿਹਾ ਸੀ ਕਿ ਮੈਂ ਤਾਂ ਥੋੜੀ ਦੇਰ ਲਈ ਇਹਨਾਂ ਦਾ ਦੋਸਤ ਬਣਿਆ ਤੇ ਮੇਰੇ ਮਾਲਕ ਨੇ ਮੈਨੂੰ ਹੁਣ ਇਹਨਾਂ ਲਈ ਹੀ ਮੈਨੂੰ ਨਾਲ ਭੇਜਣ ਦੀ ਕੋਸ਼ਿਸ਼ ਕਰ ਦਿੱਤੀ ਹੈ, ਇਹਦੇ ਨਾਲ ਭੇਜਣ ਦਾ ਹੀ ਫੈਸਲਾ ਕਰ ਲਿਆ ਹੈ। ਤੇ ਕੁੱਤਾ ਵੀ ਸ਼ਾਇਦ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਥੋੜੇ ਜਿਹੇ ਸਮੇਂ ਦੀ ਖੇਡ ਦੇ ਨਾਲ, ਪਿਆਰ ਦੇ ਨਾਲ ਉਹਨੂੰ ਹੁਣ ਸ਼ਾਇਦ ਕਿਤੇ ਉਮਰ ਕੈਦ ਨਾ ਹੋ ਜਾਵੇ। ਉਮਰ ਕੈਦ ਮਤਲਬ ਹਰ ਸਮੇਂ ਘਰ ਦੇ ਵਿੱਚ ਕੈਦ ਕਰਕੇ ਹੀ ਨਾ ਰੱਖਿਆ ਜਾਵੇ। ਮੋਤੀ ਮੁੜ ਆਪਣੇ ਮਾਲਕ ਵੱਲ ਵੇਖਦਾ ਸੀ। ਜਿਹੜਾ ਉਹਦਾ ਪਹਿਲਾ ਮਾਲਕ ਸੀ ਬੰਗਾਲੀ ਬਾਬੂ ਮਿੱਤਰ, ਉਸਦੇ ਪਿਤਾ ਦਾ, ਲੇਖਕ ਦੇ ਪਿਤਾ ਦਾ, ਉਹਦੇ ਵੱਲ ਨੂੰ ਉਹ ਦੇਖਦਾ ਜਾ ਰਿਹਾ ਸੀ। ਪਰ ਉਸ ਦੇ ਕਹਿਣ ਤੇ ਕਿ ਜਾ ਮੋਤੀ, ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ। ਨਿੱਕਾ ਕਾਕਾ ਕੌਣ ਹੈ? ਲੇਖਕ। ਉਹ ਮੇਰੇ ਨਾਲ ਤੁਰ ਪਿਆ। ਉਸ ਵੇਲੇ ਪੱਪੀ, ਮੋਤੀ ਦੀ ਮਾਂ, ਇਹਨੂੰ ਅੰਡਰਲਾਈਨ ਕਰੋ ਬੇਟਾ ਜੀ, ਪੱਪੀ, ਜੋ ਕਿ ਉਸ ਮੋਤੀ ਕੁੱਤੇ ਦੀ ਮਾਂ ਦਾ ਨਾਮ ਸੀ, ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ। ਮਨ ਮਾਰ ਲੈਣਾ ਭਾਵ ਆਪਣੀ ਇੱਛਾ ਜਿਹੜੀ ਹੈ ਉਹਨੂੰ ਦਬਾ ਲੈਣਾ, ਮਨ ਦੇ ਵਿੱਚ ਹੀ ਦਬਾ ਲੈਣਾ। ਇਹ ਇੱਕ ਮੁਹਾਵਰਾ ਹੈ, ਇਹਨੂੰ ਨੋਟ ਕਰ ਲਓ, ਮਨ ਮਾਰ ਲੈਣਾ। ਹੁਣ ਜਿਹੜੀ ਕੁੱਤੇ ਦੀ ਮਾਂ ਸੀ ਪੱਪੀ, ਉਹ ਜਦੋਂ ਮਾਲਕ ਦੇ ਇਸ਼ਾਰੇ ਨਾਲ ਉਸਨੇ ਉਹਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਦਾਸ ਜਿਹੀ ਹੋ ਕੇ ਵਾਪਸ ਆ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਅਤੇ ਅਸੀਂ ਆਪਣੇ ਘਰ ਪਹੁੰਚ ਗਏ।
ਹੁਣ ਲੇਖਕ ਤੇ ਉਸਦਾ ਪਿਤਾ ਕੁੱਤੇ ਨੂੰ ਲੈ ਕੇ ਮੋਤੀ ਨੂੰ ਲੈ ਕੇ ਆਪਣੇ ਘਰ ਵਾਪਸ ਆ ਚੁੱਕੇ ਸਨ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇ ਕੇ ਪਿਤਾ ਜੀ ਨੂੰ ਕਿਹਾ, ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਹੁਣ ਲੇਖਕ ਦੀ ਮਾਂ ਨੇ ਪਿਤਾ ਨੂੰ ਡਾਂਟਦਿਆਂ ਹੋਇਆ ਕਿਹਾ ਕਿ ਤੁਸੀਂ ਇਹ ਫਿਰ ਪੁਰਾਣੀ ਬਿਮਾਰੀ ਖਰੀਦ ਕੇ ਲੈ ਆਏ ਹੋ। ਇਹ ਗੱਲ ਉਹਨਾਂ ਨੇ ਕਿਉਂ ਕਹੀ? ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਵੀ ਪਹਿਲਾਂ ਕੁੱਤਾ ਰੱਖਿਆ ਹੁੰਦਾ ਸੀ, ਪਰ ਉਸ ਕੁੱਤੇ ਦੇ ਕਰਕੇ ਉਹ ਜਿਹੜੇ ਸੀ ਬਿਮਾਰ ਹੋ ਗਏ ਸਨ। ਇਸ ਕਰਕੇ ਉਹ ਫਿਰ ਕਹਿੰਦੇ ਕਿ ਤੁਸੀਂ ਫਿਰ ਪੁਰਾਣੀ ਬਿਮਾਰੀ ਖਰੀਦ ਕੇ ਲੈ ਆਏ ਹੋ। ਪਿਤਾ ਜੀ ਨੇ ਉੱਤਰ ਦਿੱਤਾ, ਕਾਕੇ ਦੀ ਮਾਂ, ਕਾਕੇ ਨੂੰ ਇਹ ਚੰਗਾ ਲੱਗਾ ਸੀ ਤੇ ਪਰਸ਼ੋਤਮ ਬਾਬੂ ਨੇ ਇਹ ਦੇ ਦਿੱਤਾ ਕਿ ਅਸੀਂ ਆਪਣੇ ਦੋਸਤ ਪਰਸ਼ੋਤਮ ਜੀ ਦੇ ਘਰ ਗਏ ਸੀ। ਹੁਣ ਇੱਥੇ ਦੋਸਤ ਦਾ ਨਾਮ ਬੇਟਾ ਮੈਂਸ਼ਨ ਕੀਤਾ ਹੋਇਆ ਪਰਸ਼ੋਤਮ, ਠੀਕ ਹੈ। ਬਾਬੂ ਜਿਹੜਾ ਹੈ ਉਹ ਨਾਲ ਵੈਸੇ ਹੀ ਰਿਸਪੈਕਟ ਦੇ ਤੌਰ ਤੇ ਲਗਾਇਆ ਜਾਂਦਾ ਹੈ। ਪਰਸ਼ੋਤਮ ਨਾਂ ਦਾ ਉਹਦਾ ਬੰਗਾਲੀ ਦੋਸਤ, ਲੇਖਕ ਦੇ ਪਿਤਾ ਦਾ ਦੋਸਤ, ਨਾਮ ਨੋਟ ਕਰ ਲਓ। ਮਾਤਾ ਜੀ ਨੇ ਹੋਰ ਕੁਝ ਨਾ ਕਿਹਾ। ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ। ਅਫਸੋਸਿਆ ਤੋਂ ਭਾਵ ਹੈ ਉਦਾਸ ਰਹਿਣਾ। ਉਹ ਕੁਝ ਨਹੀਂ ਸੀ ਖਾਂਦਾ। ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ। ਦੁੱਧ ਦਾ ਪਿਆਲਾ ਮਤਲਬ ਕੌਲ, ਇੱਕ ਛੋਟਾ ਜਿਹਾ ਕੌਲਾ ਜਿਸ ਦੇ ਵਿੱਚ ਉਹਨੂੰ ਦੁੱਧ ਪਾਇਆ ਜਾਂਦਾ ਸੀ। ਪਿਤਾ ਜੀ ਦੀਆਂ ਅੱਖਾਂ ਵਿੱਚ ਵੀ ਕੋਈ ਖੁਸ਼ੀ ਨਹੀਂ ਸੀ। ਲੇਖਕ ਦੇ ਪਿਤਾ ਵੀ ਖੁਸ਼ ਨਹੀਂ ਸਨ ਕਿ ਉਹਨੂੰ ਮੋਤੀ ਨੂੰ ਘਰ ਲਿਆ ਕੇ ਨਜ਼ਰ ਨਹੀਂ ਆਉਂਦੀ। ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੋੜ ਆਉਣ ਲਈ ਕਿਹਾ। ਹੁਣ ਲੇਖਕ ਕਹਿੰਦਾ ਕਿ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਇਸ ਕੁੱਤੇ ਨੂੰ ਵਾਪਸ ਕਰ ਆਓ, ਪਰ ਪਿਤਾ ਜੀ ਨਾ ਮੰਨੇ। ਸਗੋਂ ਉਹ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ। ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ। ਹੱਥਾਂ ਨੂੰ ਚੱਟਣ ਲੱਗਣਾ, ਹੁਣ ਕੁੱਤਾ ਵੀ ਜਿਹੜਾ ਆ ਆਪਣੇ ਪਿਆਰ ਦੇ ਭਾਵ ਜਿਹੜੇ ਸੀ ਉਹ ਪ੍ਰਗਟ ਕਰ ਰਿਹਾ ਸੀ ਲੇਖਕ ਦੇ ਪਿਤਾ ਨਾਲ। ਪਿਤਾ ਜੀ ਨੇ ਨੌਕਰਾਣੀ ਨੂੰ ਤਾਜ਼ਾ ਦੁੱਧ ਲਿਆਉਣ ਦਾ ਹੁਕਮ ਦਿੱਤਾ। ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਚੱਦਾ ਪੀ ਗਿਆ। ਹੁਣ ਜਿਸ ਤਰ੍ਹਾਂ ਲੇਖਕ ਦੇ ਪਿਤਾ ਨੇ ਕੁੱਤੇ ਦੇ ਨਾਲ, ਮੋਤੀ ਦੇ ਨਾਲ ਇਹ ਵਿਵਹਾਰ ਕੀਤਾ, ਉਹਨੂੰ ਪਿਆਰ ਕੀਤਾ, ਤੇ ਕੁੱਤੇ ਨੂੰ ਵੀ ਇਹ ਪਤਾ ਲੱਗ ਗਿਆ ਕਿ ਮੇਰਾ ਇਹ ਜਿਹੜਾ ਨਵਾਂ ਮਾਲਕ ਮੈਨੂੰ ਘਰ ਲੈ ਕੇ ਆਇਆ, ਇਹ ਮੇਰੇ ਲਈ ਪਿਆਰ ਜਤਾਉਂਦੇ ਨੇ। ਤਾਂ ਉਹਨੂੰ ਥੋੜਾ ਜਿਹਾ ਵੀ, ਜਾਨਵਰ ਨੂੰ ਵੀ ਹੌਸਲਾ ਹੋਣ ਲੱਗਾ ਤੇ ਉਹਨੇ ਹੁਣ ਦੁੱਧ ਪੀਣਾ ਸ਼ੁਰੂ ਕਰ ਦਿੱਤਾ। ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਚੱਦਾ ਪੀ ਗਿਆ। ਅੱਧ ਪਚੱਦਾ ਥੋੜਾ ਬਹੁਤਾ, ਥੋੜਾ ਜਿਹਾ ਕੌਲੀ 'ਚ ਰਹਿ ਗਿਆ, ਥੋੜਾ ਪੀ ਲਿਆ। ਉਸ ਦਿਨ ਤੋਂ ਮੋਤੀ ਫੇਰ ਮੇਰੇ ਨਾਲ ਖੇਡਣ ਲੱਗ ਪਿਆ। ਹੌਲੀ ਹੌਲੀ ਉਸ ਦੀ ਸੰਗਲੀ ਖੋਲੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ। ਵਿਸ਼ਵਾਸੀ ਮਤਲਬ ਅਸੀਂ ਸਮਝਦੇ ਹਾਂ ਜਿਸ ਦੇ ਉੱਪਰ ਸਭ ਤੋਂ ਜ਼ਿਆਦਾ ਵਿਸ਼ਵਾਸ ਕੀਤਾ ਜਾਵੇ। ਸੋ ਜਾਨਵਰ, ਕੁੱਤੇ ਨੂੰ ਹੀ ਅਸੀਂ ਸਭ ਤੋਂ ਵਿਸ਼ਵਾਸਯੋਗ ਜਿਹੜਾ ਜਾਨਵਰ ਮੰਨਦੇ ਹਾਂ। ਘਰ ਦੀ ਰਖਵਾਲੀ ਕਰਦਾ ਆ, ਠੀਕ ਹੈ। ਮਾਲਕ ਦਾ ਇਹ ਇੱਕ ਵਿਸ਼ਵਾਸਯੋਗ ਸਾਥੀ ਹੁੰਦਾ, ਮੰਨਿਆ ਜਾਂਦਾ ਹੈ। ਸੋ ਕਹਿੰਦਾ ਕਿ ਹੌਲੀ ਹੌਲੀ ਅਸੀਂ ਹੁਣ ਉਹਨੂੰ ਬੰਨ੍ਹ ਕੇ ਕੈਦ ਕਰਕੇ ਰੱਖਣਾ ਬੰਦ ਕਰ ਦਿੱਤਾ ਤੇ ਉਹਦਾ ਸੰਗਲ ਖੁੱਲ੍ਹਾ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲ੍ਹਾ ਹੁੰਦਾ, ਉਹ ਮੇਰੇ ਦੱਬੇ ਪੈਰੀਂ ਮਗਰ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ। ਠੀਕ, ਹੁਣ ਲੇਖਕ ਦੇ ਨਾਲ ਹੀ ਜਦੋਂ ਕਦੀ ਸਕੂਲ ਚਲੇ ਜਾਂਦਾ ਸੀ, ਦੱਬੇ ਪੈਰੀਂ ਮਗਰ ਤੁਰਨਾ। ਅੰਡਰਲਾਈਨ ਕਰ ਲਓ ਬੇਟਾ, ਇਹ ਅਗੇਨ ਮੁਹਾਵਰਾ ਵਰਤਿਆ ਇਹਦੇ ਵਿੱਚ, ਮਤਲਬ ਬਿਨਾਂ ਆਵਾਜ਼ ਕੀਤਿਆਂ ਕਿਸੇ ਦਾ ਪਿੱਛਾ ਕਰਨਾ। ਜਦੋਂ ਅਸੀਂ ਬਿਨਾਂ ਆਵਾਜ਼ ਕੀਤਿਆਂ ਦੱਬੇ ਪੈਰ, ਮਤਲਬ ਬਿਨਾਂ ਪੈਰਾਂ ਦੀ ਆਵਾਜ਼ ਕੀਤਿਆਂ ਤੁਰਦੇ ਆ, ਕਿਸੇ ਦੇ ਮਗਰ ਜਾਂਦੇ ਆ, ਫੋਲੋ ਕਰਦੇ ਆ ਕਿਸੇ ਨੂੰ। ਤਾਂ ਕਹਿੰਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਉਹ ਮੋਤੀ ਜਿਹੜਾ ਮੇਰੇ ਨਾਲ ਸਕੂਲ 'ਚ ਪਹੁੰਚ ਜਾਂਦਾ ਸੀ ਤੇ ਮੇਰੀ ਜਮਾਤ ਤੱਕ ਵੀ ਚਲੇ ਜਾਂਦਾ ਸੀ, ਕਲਾਸ ਤੱਕ ਪਹੁੰਚ ਜਾਂਦਾ ਸੀ। ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ। ਤੇ ਜੇ ਉਹ ਕਦੇ ਕਿਸੇ ਦਾ ਮੂੰਹ ਚੱਟ ਲੈਂਦਾ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ। ਜਮਾਤੀ ਕੌਣ ਨੇ? ਜਿਹੜੇ ਉਸ ਦੇ ਨਾਲ ਕਲਾਸ ਦੇ ਵਿੱਚ ਦੋਸਤ ਮਿੱਤਰ
ਪੜ੍ਹਦੇ ਸਨ। ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਲੈ ਕੇ ਨੱਸ ਉੱਠਦਾ ਸੀ। ਨੱਸ ਤੋਂ ਭਾਵ ਹੈ ਦੌੜ ਜਾਂਦਾ ਸੀ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਹ ਲੈਂਦਾ ਸੀ। ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ। ਰੂਲ ਤੋਂ ਭਾਵ ਹੁੰਦਾ ਹੈ ਡੰਡਾ। ਅੰਡਰਲਾਈਨ ਕਰੋ ਮੀਨਿੰਗ ਡੰਡਾ। ਕਹਿੰਦਾ ਕਿ ਮਾਸਟਰ ਜੀ ਨੇ ਕੁੱਤੇ ਨੂੰ ਜਮਾਤ ਵਿੱਚ ਦੇਖ ਲਿਆ ਤੇ ਉਹ ਡੰਡਾ ਲੈ ਕੇ ਉਸ ਨੂੰ ਮਾਰਨ ਦੌੜ ਪਏ। ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜਾ ਸੀ ਜੋ ਉਹਨਾਂ ਦਾ ਰੋਹਬ ਝੱਲ ਲੈਂਦਾ। ਤੇ ਕਹਿੰਦਾ ਕਿ ਉਹ ਤਾਂ ਇੱਕ ਕੁੱਤਾ ਸੀ, ਉਹ ਕਿਹੜਾ ਕੋਈ ਵਿਦਿਆਰਥੀ ਸੀ ਕਿ ਉਹਨੇ ਮਾਸਟਰ ਜੀ ਦੇ ਡੰਡੇ ਖਾਣੇ ਸੀ। ਰੋਹਬ ਝੱਲ ਲੈਣਾ ਭਾਵ ਮਾਸਟਰ ਜੀ ਦੀ ਝਿੜਕ ਖਾ ਲੈਣੀ। ਕਹਿੰਦਾ ਕਿ ਉਹ ਦੌੜ ਗਿਆ। ਉਸਨੇ ਵੱਧ ਕੇ ਇੱਕ ਘੁਰਕੀ ਸੁਣਾਈ ਤੇ ਨਾਲ ਹੀ ਚਿੱਟੇ ਦੁੱਧ ਦੰਦ ਦਿਖਾਏ। ਹੁਣ ਕੁੱਤੇ ਨੂੰ ਗੁੱਸਾ ਆਇਆ, ਜਦੋਂ ਉਹਦੇ ਤੇ ਕੋਈ ਡੰਡਾ ਲੈ ਕੇ ਵਾਰ ਕਰੂਗਾ ਤੇ ਉਹ ਆਪਣੇ ਦੰਦ ਕੱਢਦਾ ਆ, ਅਗਲੇ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਸੇ ਤਰ੍ਹਾਂ ਮੋਤੀ ਨੇ ਵੀ ਮਾਸਟਰ ਜੀ ਨੂੰ ਆਪਣੇ ਚਿੱਟੇ ਦੁੱਧ ਵਰਗੇ ਦੰਦ ਦਿਖਾਏ, ਇੱਕ ਅੱਖਾਂ ਦੀ ਘੂਰ ਜਿਹੀ ਘੁਰਕੀ ਜਿਹੀ ਦਿਖਾਈ ਤੇ ਚਲਾ ਗਿਆ। ਫਿਰ ਉਹ ਮੇਰੇ ਬੈਂਚ ਹੇਠਾਂ ਵੜ ਕੇ ਬਹਿ ਗਿਆ। ਜਿੱਥੇ ਲੇਖਕ ਬੈਠਾ ਸੀ ਉੱਥੇ ਹੀ ਉਹਨਾਂ ਦੇ ਬੈਂਚ ਥੱਲੇ ਬੈਠ ਗਿਆ। ਤਾਂ ਇਹ ਕੁੱਤਾ ਤੇਰਾ ਹੈ। ਮਾਸਟਰ ਜੀ ਨੂੰ ਪਤਾ ਲੱਗ ਗਿਆ ਕਿ ਜਿਹੜੇ ਬੈਂਚ ਦੇ ਥੱਲੇ ਬੈਠਾ ਉੱਥੇ ਹੀ ਉਸੇ ਮੁੰਡੇ ਦਾ ਹੀ ਇਹ ਕੁੱਤਾ ਹੋਵੇਗਾ। ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ। ਮੈਂ ਡਰਦਿਆਂ ਮਾਸਟਰ ਜੀ ਨੂੰ ਕਿਹਾ, ਇਹ ਕੁੱਤਾ ਮੇਰਾ ਹੀ ਹੈ। ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ। ਹੁਣ ਜਦੋਂ ਲੇਖਕ ਨੇ ਕਿਹਾ ਕਿ ਹਾਂਜੀ ਇਹ ਮੇਰਾ ਕੁੱਤਾ ਆ, ਤਾਂ ਮਾਸਟਰ ਜੀ ਨੇ ਉਹਨੂੰ ਆਰਡਰ ਦਿੱਤਾ ਕਿ ਜਾ ਇਸ ਕੁੱਤੇ ਨੂੰ ਜਾ ਕੇ ਛੱਡ ਕੇ ਆ। ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਸਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਦੇ ਮੁੜਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ। ਵੈਰੀ ਵੈਰੀ ਇੰਪੋਰਟੈਂਟ ਲਾਈਨ ਬੇਟਾ। ਬੈਕ ਐਕਸਰਸਾਈਜ਼ ਦੇ ਵਿੱਚ ਵੀ ਇਹਦਾ ਆਨਸਰ ਹੋਏਗਾ, ਕੁਐਸਚਨ ਹੋਏਗਾ, ਠੀਕ ਹੈ। ਹੁਣ ਕਹਿੰਦਾ ਕਿ ਮੈਨੂੰ 1 ਘੰਟੇ ਦੀ ਛੁੱਟੀ ਮਿਲ ਗਈ ਕਿ ਇਸ ਕੁੱਤੇ ਨੂੰ ਘਰ ਛੱਡ ਕੇ ਆਵਾਂ। ਉਦੋਂ ਤਾਂ ਲੇਖਕ ਬੜਾ ਖੁਸ਼ ਹੋ ਗਿਆ, ਪਰ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਜਦੋਂ ਮੈਂ ਮੁੜ ਕੇ ਆਵਾਂਗਾ ਤਾਂ ਮੈਨੂੰ ਮਾਸਟਰ ਜੀ ਦੀਆਂ ਸੇਵੀਆਂ ਦਾ ਸਵਾਦ ਵੀ ਚਖਣਾ ਪਵੇਗਾ। ਹੁਣ ਇੱਥੇ ਇਹ ਮੁਹਾਵਰਾ ਵਰਤਿਆ ਆ, ਸੇਵੀਆਂ ਦਾ ਸਵਾਦ ਚਖਾਉਣਾ। ਚਖਾਉਣਾ ਮਤਲਬ ਹੈ ਕਿਸੇ ਨੂੰ ਟੇਸਟ ਕਰਵਾਉਣਾ। ਸੋ ਇਹਦਾ ਮੀਨਿੰਗ ਆਏਗਾ ਕਿ ਮਾਸਟਰ ਜੀ ਚਪੇੜਾ ਮਾਰਨ ਨੂੰ ਜਾਂ ਕੁੱਟਮਾਰ ਕਰਨ ਨੂੰ ਬੱਚਿਆਂ ਦੇ ਨਾਲ ਕੀ ਬੋਲਦੇ ਸੀ? ਸੇਵੀਆਂ ਦਾ ਸਵਾਦ ਚਖਾਉਣਾ ਭਾਵ ਮਾਰਨਾ। ਅੰਡਰਲਾਈਨ ਕਰ ਲਓ, ਭਾਵ ਚਪੇੜਾ ਮਾਰਨੀਆਂ। ਇਹ ਮਾਸਟਰ ਜੀ ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਹਨ। ਦੇਖੋ ਅੱਗੇ ਵੀ ਲੇਖਕ ਨੇ ਇਹ ਲਾਈਨ ਦੇ ਵਿੱਚ ਬਿਆਨ ਕਰ ਦਿੱਤਾ ਹੈ, ਐਕਸਪਲੇਨ ਕੀਤਾ ਹੈ ਕਿ ਉਹ ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਕਹਿੰਦੇ ਸੀ। ਘਰ ਜਾ ਕੇ ਚਪੇੜਾਂ ਦੀ ਕਹਾਣੀ ਮੈਂ ਮਾਂ ਨੂੰ ਸੁਣਾਈ, ਪਰ ਮਾਤਾ ਜੀ ਕੋਲੋਂ ਮੈਨੂੰ ਮੋਤੀ ਬਾਰੇ ਬਹੁਤਾ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ। ਕਹਿੰਦਾ ਕਿ ਮੈਂ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਇਹ ਕਹਾਣੀ ਦੱਸੀ ਕਿ ਅੱਜ ਸਕੂਲ ਦੇ ਵਿੱਚ ਕੀ ਕੁਝ ਵਾਪਰਿਆ, ਪਰ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮਾਤਾ ਜੀ ਦੇ ਕੋਲੋਂ ਮੈਨੂੰ ਮੋਤੀ ਬਹੁਤਾ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ। ਗੌਰ ਮਤਲਬ ਧਿਆਨ ਨਾਲ, ਕਿ ਮੈਨੂੰ ਇਦਾਂ ਲੱਗਾ ਕਿ ਮੋਤੀ ਜ਼ਿਆਦਾ ਧਿਆਨ ਲਾ ਕੇ ਮੇਰੀ ਗੱਲ ਨੂੰ ਸੁਣ ਰਿਹਾ ਸੀ। ਮੈਂ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸਾਂ, ਅੱਛਾ ਬੱਚੂ, ਮੈਨੂੰ ਮਾਰ ਪਵਾਈ। ਹੁਣ ਉਹ ਆਪਣੇ ਮੋਤੀ ਦੋਸਤ ਨੂੰ ਕਹਿ ਰਿਹਾ ਹੈ ਕਿ ਅੱਛਾ ਬੱਚੂ ਮਤਲਬ ਕਿਸੇ ਨੂੰ ਸੰਬੋਧਨ ਕਰਨਾ ਆ, ਮੈਨੂੰ ਮਾਰ ਪਵਾਈ ਤੇ ਆਪ ਤੂੰ ਖੁਸ਼ ਹੋ ਕੇ ਬੈਠਾ ਆ। ਕਿ ਉਹ ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂੰਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਨੈਕਸਟ ਪੇਜ ਹੈ ਬੇਟਾ ਜੀ, ਪੇਜ ਨੰਬਰ 5। ਕਹਿੰਦੇ ਕਿ ਹੁਣ ਕੁੱਤੇ ਨੇ ਆਪਣੀ ਪੂੰਛ ਹਿਲਾਈ, ਮੋਤੀ ਨੇ, ਭਾਵ ਉਹਨੇ ਵੀ ਆਪਣੇ ਲੇਖਕ ਦੇ ਹਾਂ ਦੇ ਵਿੱਚ ਹਾਂ ਮਿਲਾਈ। ਖਬਰੇ ਉਹ ਮੈਨੂੰ ਕਹਿ ਰਿਹਾ ਸੀ
कि मित्र अपने वंडे दा मैनू मार लै। अपने वंडे दा, वंड मतलब हिस्सा, कि ਜਿਹੜੀ ਮਾਰ ਤੈਨੂੰ ਮਾਸਟਰ ਜੀ ਦੇ ਕੋਲੋਂ ਪਈ ਹੈ ਉਸ ਦਾ ਬਦਲਾ ਲੈਣ ਲਈ ਤੂੰ ਮੈਨੂੰ ਕੁੱਟ ਲੈ, ਮਾਰ ਲੈ। ਇਹ ਲੇਖਕ ਨੂੰ ਮਹਿਸੂਸ ਹੋ ਰਿਹਾ ਸੀ। ਖਬਰੇ, ਖਬਰੇ ਤੋਂ ਭਾਵ ਹੈ ਕਿ ਸ਼ਾਇਦ, ਕਹਿੰਦਾ ਕਿ ਜਦੋਂ ਕੁੱਤੇ ਨੇ ਪੂੰਛ ਹਿਲਾਈ ਤੇ ਮੈਨੂੰ ਇੰਜ ਮਹਿਸੂਸ ਹੋਇਆ, ਲੇਖਕ ਨੂੰ ਇੰਜ ਮਹਿਸੂਸ ਹੋਇਆ ਕਿ ਉਹ ਉਸਨੂੰ ਕਹਿ ਰਿਹਾ ਹੋਵੇ ਕਿ ਜਿਹੜੀ ਤੈਨੂੰ ਮਾਰ ਪਈ ਹੈ ਸਕੂਲੋਂ, ਉਹਦੀ ਹਿੱਸੇ ਵਾਲੀ ਮਾਰ ਤੂੰ ਹੁਣ ਮੈਨੂੰ ਮਾਰ ਲੈ। ਕਿਹਨੂੰ? ਮੋਤੀ। ਉਸ ਤੋਂ ਮਗਰੋਂ ਉਸਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਹੁਣ ਮੋਤੀ ਜਿਹੜਾ ਸੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਮਾਲਕ ਨੂੰ, ਲੇਖਕ ਨੂੰ ਮਾਰ ਪਈ ਹੈ, ਸਕੂਲ ਤੋਂ ਕੁੱਟ ਪਈ ਹੈ, ਤਾਂ ਕਹਿੰਦਾ ਉਹਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ, ਮੁੜ ਕੇ ਨਹੀਂ ਗਿਆ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਅੱਧੀ ਛੁੱਟੀ ਜਦੋਂ ਰਿਸੈਸ ਹੁੰਦੀ ਸੀ, ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਬੂਹਾ, ਬਾਹਰਲਾ ਦਰਵਾਜ਼ਾ, ਦਰਵਾਜ਼ੇ ਨੂੰ ਕਹਿੰਦੇ ਆਪਾਂ, ਗੇਟ ਨੂੰ ਕਹਿੰਦੇ ਆ। ਮੈਂ ਗੁੱਸੇ ਵਿੱਚ ਆ ਕੇ ਕਿਹਾ, ਨੱਠ ਜਾ ਮੋਤੀ, ਨਹੀਂ ਤਾਂ ਮੈਂ ਮਾਰਾਂਗਾ। ਹੁਣ ਲੇਖਕ ਬਹੁਤ ਗੁੱਸੇ ਵਿੱਚ ਆਇਆ ਕਿਉਂਕਿ ਉਹਨੂੰ ਸਕੂਲ ਲਿਆਉਣ ਦੀ ਇਜਾਜ਼ਤ ਨਹੀਂ ਸੀ। ਉਹਨੇ ਉਹਨੂੰ ਕਿਹਾ ਕਿ ਨੱਠ ਜਾ, ਨੱਠ ਮਤਲਬ ਦੌੜ ਜਾ, ਨਹੀਂ ਤਾਂ ਮੈਂ ਮਾਰਾਂਗਾ। ਮੋਤੀ ਸੱਚੀ ਮੁੱਚੀ ਉੱਠ ਦੌੜਿਆ। ਮੈਨੂੰ ਬੜਾ ਅਫਸੋਸ ਲੱਗਾ, ਮਤੇ ਮੇਰਾ ਮਿੱਤਰ ਗੁਆਚ ਜਾਵੇ। ਮਤੇ, ਕਿਤੇ, ਮਤੇ ਤੋਂ ਭਾਵਿਆ ਕਿਤੇ। ਕਹਿੰਦਾ ਕਿ ਮੈਂ ਉਹਨੂੰ ਡਾਂਟ ਤਾਂ ਦਿੱਤਾ ਕਿ ਦੌੜ ਜਾ, ਨਹੀਂ ਤਾਂ ਮੈਂ ਤੈਨੂੰ ਮਾਰਾਂਗਾ। ਉਹਦੇ ਕਹਿਣ ਤੇ, ਲੇਖਕ ਦੇ ਕਹਿਣ ਤੇ ਮੋਤੀ ਜਿਹੜਾ ਸੀ ਸੱਚੀ ਮੁੱਚੀ ਉੱਥੋਂ ਉੱਠ ਕੇ ਦੌੜ ਗਿਆ ਸੀ। ਫਿਰ ਬਾਅਦ ਚ ਲੇਖਕ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਉਸਨੂੰ ਕਿਉਂ ਡਾਂਟਿਆ, ਮੈਂ ਉਸਨੂੰ ਕਿਉਂ ਝਿੜਕਿਆ, ਕਿਤੇ ਮੇਰਾ ਮੋਤੀ ਗੁਆਚ ਹੀ ਨਾ ਜਾਵੇ, ਉਹ ਸਕੂਲ ਸਿੱਧਾ ਵੀ ਪਹੁੰਚ ਜਾਵੇ। ਸਕੂਲ ਦੀ ਟੱਲੀ ਵੱਜਣ ਵਾਲੀ ਸੀ। ਟੱਲੀ ਮਤਲਬ ਬੈਲ, ਘੰਟੀ, ਜਿਹੜੀ ਅਸੀਂ ਪੀਰੀਅਡ ਦੇ ਦੌਰਾਨ ਵਜਾਉਂਦੇ ਹਾਂ। ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ। ਚਪੜਾਸੀ, ਪੀਅਨ ਜਿਹਨੂੰ ਤੁਸੀਂ ਕਹਿੰਦੇ ਹੋ, ਕੰਮਕਾਜ ਕਰਨ ਵਾਲੇ ਕਰਮਚਾਰੀ ਸਕੂਲ ਦੇ, ਉਸਨੇ ਬਾਹਰਲਾ ਦਰਵਾਜ਼ਾ, ਸਕੂਲ ਦਾ ਗੇਟ ਬੰਦ ਕਰ ਦਿੱਤਾ। ਮੇਰਾ ਖਿਆਲ ਮੋਤੀ ਵੱਲ ਹੀ ਲੱਗਾ ਰਿਹਾ। ਹੁਣ ਲੇਖਕ ਕੀ ਕਹਿੰਦਾ ਹੈ ਕਿ ਮੇਰਾ ਧਿਆਨ ਜਿਹੜਾ ਸੀ ਉਹ ਮੋਤੀ ਵੱਲ ਹੀ ਜਾ ਰਿਹਾ ਸੀ। ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ। ਹੁਣ ਕਲਾਸ ਦੇ ਵਿੱਚ ਟੀਚਰ ਪੜ੍ਹਾ ਰਹੇ ਸੀ, ਲੇਖਕ ਦਾ ਧਿਆਨ ਜਮਾਤ ਦੇ ਵਿੱਚ ਨਹੀਂ ਸੀ ਜੋ ਅਧਿਆਪਕ ਪੜ੍ਹਾ ਰਿਹਾ ਸੀ, ਤੇ ਮੇਰਾ ਕਹਿੰਦਾ ਬੇਖਿਆਲੀ, ਬੇਖਿਆਲੀ ਮਤਲਬ ਧਿਆਨ ਨਾ ਹੋਣਾ। ਮੇਰਾ ਧਿਆਨ ਕਹਿੰਦਾ ਆਪਣੇ ਮੋਤੀ ਕੁੱਤੇ ਵੱਲ ਹੀ ਸੀ, ਤੇ ਮੈਂ ਸਕੂਲ ਦੇ ਵਿੱਚ ਜਦੋਂ ਅਧਿਆਪਕ ਨੇ ਕੋਈ ਸ਼ਬਦਾਂ ਦੇ ਅਰਥ ਪੁੱਛੇ, ਜੋੜ ਪੁੱਛੇ, ਤਾਂ ਮੈਂ ਉਹ ਗਲਤ ਦੱਸ ਦਿੱਤੇ ਸਨ, ਤੇ ਜਿਹਦੇ ਕਰਕੇ ਮੈਨੂੰ ਫੇਰ ਮਾਰ ਖਾਣੀ ਪਈ, ਕੁੱਟ ਖਾਣੀ ਪਈ ਸੀ। ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ। ਕਹਿੰਦਾ ਕਿ ਫਿਰ ਸਾਰੀ ਛੁੱਟੀ ਜਦੋਂ ਮੈਂ ਫਟਾਫਟ ਘਰ ਪਹੁੰਚਿਆ ਤਾਂ ਮੋਤੀ ਰਸਤੇ ਦੇ ਵਿੱਚ ਹੀ ਸੀ ਤੇ ਮੇਰੇ ਨਾਲ ਹੀ ਫਿਰ ਘਰ ਚਲਾ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਕੁਝ ਲੱਭਾ ਹੈ? ਮਾਤਾ ਜੀ ਨੇ ਜਾਂਦਿਆਂ ਹੀ ਪੁੱਛਿਆ। ਮੋਤੀ ਗੁਆਚ ਚੱਲਿਆ ਸੀ, ਲੱਭ ਪਿਆ ਹੈ। ਹੁਣ ਬਹੁਤ ਖੁਸ਼ ਹੋਇਆ ਲੇਖਕ, ਤੇ ਉਹਦੀ ਮਾਤਾ ਜੀ ਕਹਿੰਦੇ ਕੀ ਹੋਇਆ, ਤੈਨੂੰ ਕੋਈ ਚੀਜ਼ ਲੱਭੀ ਹੈ ਕਿ ਇੰਨਾ ਖੁਸ਼ ਕਿਉਂ ਹੋਇਆ ਅੱਜ? ਕਹਿੰਦਾ ਹਾਂ, ਮੇਰਾ ਮੋਤੀ ਗੁਆਚ ਜਾਣਾ ਸੀ ਅੱਜ, ਉਹ ਲੱਭ ਗਿਆ ਹੈ। ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ ਹੈ। ਮਾਤਾ ਜੀ ਨੇ ਨੌਕਰਾਣੀ ਵੱਲ ਇਸ਼ਾਰਾ ਕਰਕੇ ਕਿਹਾ। ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ। ਹੁਣ ਡਬਲ ਰੋਲ, ਇਹ ਕੁੱਤਾ ਬੜਾ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਹੁਣ ਜਦੋਂ ਲੇਖਕ ਨੇ ਮੋਤੀ ਨੂੰ ਸਕੂਲ ਤੋਂ ਡਾਂਟਿਆ ਸੀ, ਉਹ ਸਿੱਧਾ ਘਰ ਆ ਗਿਆ ਸੀ। ਘਰ ਆ ਕੇ ਰੱਸੀਆਂ ਨਾਲ ਖੇਡਣ ਲੱਗ ਪਿਆ ਸੀ। ਪਰ ਹੁਣ ਜਦੋਂ ਲੇਖਕ ਨੂੰ ਛੁੱਟੀ ਹੋਣ ਵਾਲੀ ਸੀ ਤਾਂ ਮੋਤੀ ਫੇਰ ਉਸਨੂੰ ਰਸਤੇ 'ਚ ਲੈਣ ਗਿਆ ਸੀ। ਇਸ ਕਰਕੇ ਉਹਦੀ ਮਾਂ ਕਹਿੰਦੀ ਹੈ ਕਿ ਇਹ ਤਾਂ ਸਾਰਾ ਦਿਨ ਇੱਥੇ ਹੀ ਖੇਡਦਾ ਰਿਹਾ ਹੈ। ਸੋ ਲੇਖਕ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੋਤੀ ਇਸ ਤਰ੍ਹਾਂ ਵੀ ਕਰ ਸਕਦਾ ਹੈ। ਮੋਤੀ ਵਿੱਚ ਬੜੇ ਗੁਣ ਸਨ।
वेरी इंपॉर्टेंट पैराग्राफ, बेटा ध्यान नाल सुनना है। हुण इस पैराग्राफ दे विच लेखक ने मोती दे गुणां दे बारे दस्सण दी कोशिश कीती है कि ओहदे जानवर, ओहदे जिहड़ा पालतू ये मोती कुत्ता सी, ओहदे विच किहड़े-किहड़े गुण मौजूद सन। घर दी राखी करदा सी, दूर सुट्टी चीज चुक लिआउंदा सी, जिद्दां कुत्तियां नूं असीं पूरी ट्रेनिंग दिंदे आ, उस तरह ये भी कुत्ता जिहड़ा पूरा ट्रेंड होया सी। सिट डाउन अंग्रेजी का शब्द वरत्या जदों कहंदे कि कुत्ते नूं असीं कहने सिट डाउन, कहा तां अगले दोवें पंजे झुक कंगारू वांग बैठ जांदा सी। कंगारू मतलब जानवर, कंगारू जिहड़ा आ आस्ट्रेलिया का राष्ट्रीय पंछी जानवर, ਉਹਦੇ ਵਾਂਗੂ ਕਹਿੰਦਾ ਹੈ ਸਾਡਾ ਡੌਗੀ ਮੋਤੀ ਕੁੱਤਾ ਬਹਿ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰ ਸੋਟੇ ਨਾਲ ਲਮਕਾਈਆਂ ਦੋ ਨਿੱਕੀਆਂ ਲਾਲਟੇਨਾਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤਿਆਂ ਤੇ ਚਾਨਣ ਵੀ ਕਰਦਾ ਹੁੰਦਾ ਸੀ। ਹੁਣ ਪਿਤਾ ਜੀ ਜਦੋਂ ਕਿਤੇ ਬਾਹਰ ਰਾਤ ਨੂੰ ਜਾਂਦੇ ਸਨ ਤਾਂ ਡੰਡੇ ਦੇ ਨਾਲ ਉਹਨਾਂ ਨੇ ਇੱਕ ਦੋ ਲਾਲਟੇਨਾਂ, ਲਾਲਟੇਨ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਰੋਸ਼ਨੀ ਵਾਸਤੇ ਵਰਤੀ ਜਾਂਦੀ ਸੀ, ਉਹ ਲਮਕਾਈਆਂ ਹੁੰਦੀਆਂ ਸੀ ਤੇ ਉਹਨੂੰ ਕਹਿੰਦੇ ਕਿ ਉਹ ਮੋਤੀ ਕੁੱਤਾ ਜਿਹੜਾ ਮੂੰਹ 'ਚ ਚੁੱਕ ਲੈਂਦਾ ਸੀ ਤੇ ਪਿਤਾ ਜੀ ਵਾਸਤੇ ਚਾਨਣ ਕਰਦਾ ਜਾਂਦਾ ਹੁੰਦਾ ਸੀ ਰਸਤੇ ਦੇ ਵਿੱਚ। ਪਿਤਾ ਜੀ ਉਸ ਦੀ ਕਦਰ ਉੱਤੋਂ ਉਦੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਜਦ ਉਸਨੇ ਉਹਨਾਂ ਦੀ ਜਾਨ ਬਚਾਈ ਸੀ। ਹੁਣ ਲੇਖਕ ਦੇ ਪਿਤਾ ਦੀ ਉਸ ਮੋਤੀ ਕੁੱਤੇ ਨੇ ਇੱਕ ਵਾਰੀ ਉਹਨਾਂ ਦੀ ਜਾਨ ਬਚਾਈ। ਕਿਵੇਂ? ਉਹ ਅੱਗੇ ਆਏਗਾ। ਤਾਂ ਉਦੋਂ ਤੋਂ ਕਹਿੰਦਾ ਕਿ ਮੇਰੇ ਪਿਤਾ ਜੀ ਉਸਨੂੰ ਹੋਰ ਜ਼ਿਆਦਾ ਪਸੰਦ ਕਰਨ ਲੱਗ ਪਏ ਸਨ। ਪਿਤਾ ਜੀ ਆਪਣੇ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਉਹਦੇ ਦਫ਼ਤਰ ਦੀ ਗੱਲ ਦੱਸ ਰਿਹਾ ਹੈ ਆਪਣੇ ਪਿਤਾ ਜੀ ਦੀ ਕਿ ਉਹ ਗੱਲ ਕਰ ਰਹੇ ਸੀ, ਅਚਾਨਕ ਕਿਸੇ ਦੇ ਨਾਲ ਖੜੇ ਹੋਏ ਤੇ ਜੋ ਉਹਨਾਂ ਨਾਲ ਅਚਾਨਕ ਹੋ ਗਿਆ ਸੀ, ਉਹਨਾਂ ਦੀ ਪਤਲੂਨ ਫੜ ਲਈ। ਪਤਲੂਨ ਮਤਲਬ ਪੈਂਟ। ਪਿਤਾ ਜੀ ਉਸ ਦਾ ਮਤਲਬ ਨਹੀਂ ਸਨ ਸਮਝਦੇ, ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਹੁਣ ਕਹਿੰਦੇ ਕਿ ਉਹ ਮੋਤੀ ਜਿਹੜਾ ਸੀ ਉਹਨਾਂ ਦੀ, ਲੇਖਕ ਦੇ ਪਿਤਾ ਦੀ ਪੈਂਟ ਫੜ ਕੇ ਖਿੱਚੀ ਜਾ ਰਿਹਾ ਸੀ, ਪਰ ਉਸ ਦੇ ਪਿਤਾ ਨੂੰ ਇਹਦਾ ਕੋਈ ਇਸ਼ਾਰਾ ਜਿਹੜਾ ਸੀ ਉਹ ਸਮਝ ਨਹੀਂ ਸੀ ਲੱਗ ਰਿਹਾ। ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ ਤੇ ਫਿਰ ਲੇਖਕ ਦੇ ਪਿਤਾ ਜੀ ਨੇ ਕਹਿੰਦੇ ਕਿ ਉਹਨੇ ਪੈਰਾਂ ਵੱਲ ਦੇਖਿਆ ਕਿ ਦੋਹਾਂ ਬੂਟਾਂ ਦੇ ਵਿਚਕਾਰ ਇੱਕ ਕਰੂੰਡੀਆ ਗੁੱਛੀ ਹੋਇਆ ਬੈਠਾ ਸੀ। ਹੁਣ ਇੱਥੇ ਵਰਡ ਆਇਆ ਬੇਟਾ ਜੀ ਕਰੂੰਡੀਆ। ਕਰੂੰਡੀਆ ਅੰਡਰਲਾਈਨ ਕਰੋ। ਕਰੂੰਡੀਆ ਮਤਲਬ ਬਿਲਕੁਲ ਹੀ ਇਕੱਠੇ ਹੋ ਕੇ ਬੈਠਣਾ। ਕੋਈ ਜ਼ਹਿਰੀਲਾ ਜਾਨਵਰ ਕਹਿ ਸਕਦੇ ਹਾਂ, ਸੱਪ ਕਹਿ ਸਕਦੇ ਹਾਂ, ਠੀਕ ਹੈ। ਗੁੱਛੀ ਮਤਲਬ ਬਿਲਕੁਲ ਹੀ ਗੁੱਛਾ ਮੁੱਛਾ ਇਕੱਠਾ ਹੋ ਕੇ ਉਹਨਾਂ ਦੇ ਬੂਟਾਂ ਦੇ ਵਿਚਕਾਰ ਬੈਠਾ ਹੋਇਆ ਸੀ। ਜੇ ਉਹ ਕੁੱਤਾ ਉਹਨਾਂ ਦੀ ਪੈਂਟ ਨੂੰ ਫੜ ਕੇ ਨਾ ਖਿੱਚਦਾ, ਉਹਨਾਂ ਨੂੰ ਅਲਰਟ ਨਾ ਕਰਦਾ, ਤਾਂ ਹੋ ਸਕਦਾ ਆ ਕਿ ਉਹਨਾਂ ਦੀ ਉਹ ਉੱਥੇ ਉਸ ਵੇਲੇ ਜਾਨਵਰ ਵੱਲੋਂ ਉਹਨਾਂ ਨੂੰ ਕੱਟ ਵੀ ਦਿੱਤਾ। ਪਿਤਾ ਜੀ ਛਾਲ ਮਾਰ ਕੇ ਲਾਂਭੇ ਹੋ ਗਏ। ਲਾਂਭੇ ਮਤਲਬ ਪਿੱਛੇ ਹੋ ਜਾਣਾ। ਤੇ ਮੋਤੀ ਉਸਨੂੰ ਦੇਖ ਕੇ ਭੌਂਕਣ ਲੱਗ ਪਿਆ। ਹੁਣ ਉਸ ਜਿਹੜਾ ਜ਼ਹਿਰੀਲਾ ਜਾਨਵਰ ਬੈਠਾ ਹੋਇਆ ਸੀ ਉਹਨੂੰ ਦੇਖ ਕੇ ਉਹਨੇ ਮੋਤੀ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਪਿਤਾ ਜੀ ਨੇ ਇੱਕ ਡਬਲ ਇੱਟ ਨਾਲ ਉਸਨੂੰ ਟਿਕਾਣੇ ਲਾ ਦਿੱਤਾ। ਟਿਕਾਣੇ ਲਾ ਦੇਣਾ, ਮਾਰ ਦੇਣਾ। ਕੀ ਕਹਿੰਦਾ ਕਿ ਪਿਤਾ ਜੀ ਨੇ ਹੁਣ ਜਦੋਂ ਉਹ ਇੱਕ ਪਾਸੇ ਹੋ ਗਏ ਤਾਂ ਫਟਾਫਟ ਦੋ ਇੱਟਾਂ ਲੈ ਕੇ ਉਸ ਜ਼ਹਿਰੀਲੇ ਸੱਪ ਨੂੰ ਜਾਂ ਜ਼ਹਿਰੀਲੇ ਜੋ ਵੀ ਉੱਥੇ ਜੀਵ ਜੰਤੂ ਬੈਠਾ ਸੀ ਉਹਨਾਂ ਦੇ ਪੈਰਾਂ ਦੇ ਲਾਗੇ ਉਸਨੂੰ ਫਟਾਫਟ ਹੀ ਟਿਕਾਣੇ ਲਾ ਦਿੱਤਾ, ਮਾਰ ਦਿੱਤਾ। ਸੋ ਅੱਜ ਲਈ ਸਿਰਫ ਆਪਾਂ ਇੰਨਾ ਹੀ ਚੈਪਟਰ ਕਰਾਂਗੇ, ਠੀਕ ਹੈ ਜੀ। ਬਾਕੀ ਜਿਹੜਾ ਬਚ ਗਿਆ ਆਪਣੇ ਕੋਲ ਪੇਜ ਨੰਬਰ 5 ਤੇ ਲਾਸਟ ਪੈਰਾਗ੍ਰਾਫ ਔਰ ਅਗਲਾ 6th ਪੇਜ ਨੰਬਰ, ਉਹ ਅਸੀਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਸਿਰਫ ਤੁਸੀਂ ਇਸ ਚੈਪਟਰ ਨੂੰ ਹੁਣ